पानी तकरीबन ਇਹਦੀ गहराई 4 ਤੋਂ 5 फुट ठीक है मुनासिब। ਇਹਦੇ ਵਿੱਚ ਮੱਛੀ ਨੂੰ ਜਿੰਨਾ ਪਾਣੀ ਜ਼ਿਆਦਾ ਮਿਲੇਗਾ ਉਹਨਾਂ ਉਹ ਮਤਲਬ ਫਲੇ ਫੁਲੇਗੀ ਜ਼ਿਆਦਾ, ਉਹਦੀ ਦੌੜ ਜ਼ਿਆਦਾ ਲੱਗੇਗੀ, ਉਹਦਾ ਗਰੋਥ ਉਹਦੀ ਜ਼ਿਆਦਾ ਹੋਏਗੀ। ਬਾਕੀ ਇਹਦੇ ਸਟਾਰਟ ਦੇ ਵਿੱਚ ਇਹਨੂੰ ਫਾਰਮ ਬਣਾ ਕੇ ਉਹਨੂੰ ਵਾਹ ਕੇ ਵਿੱਚ ਰੂੜੀ ਸ਼ੂੜੀ ਥੋੜ੍ਹੀ ਜਿਹੀ ਸੁੱਟੋ। ਉਸ ਤੋਂ ਬਾਅਦ ਉਹਨੂੰ ਕੁਛ ਦੇਰ ਲਈ ਪਿਆ ਰਹਿਣ ਦਿਓ, ਫਿਰ ਉਸ ਦੇ ਵਿੱਚ ਬੱਚਾ ਜਿਹੜਾ ਉਹ ਪਾਣੀ ਛੱਡ ਕੇ ਤੇ ਬੱਚਾ ਛੱਡ ਦਿਓ। ਸਪਰੇਅ ਵਗੈਰਾ ਐਡੀ ਕੋਈ ਜ਼ਰੂਰਤ ਨਹੀਂ ਹੈ, ਅਗਰ ਜ਼ਰੂਰਤ ਪਵੇ ਤਾਂ ਫੇਰ ਕਰ ਸਕਦੇ ਹੋ ਤੁਸੀਂ। ਖਰਚਾ इतना ज़्यादा नहीं है क्योंकि बच्चा 10 रुपये का पीस है, एक मतलब जड़ा बच्चा तो 10 रुपये का तकरीबन मिल जाता। एक एकड़ में तुम 1000 भी पाओ तो 10,000 का बन जाएगा जी। बाकी वो तो खर्चा है, जिन्ना तुम खर्चा उत्ते करोगे, ज़्यादा बड़ा भी करोगे 2 लाख खर्चा कर लोगे, 1.5 लाख कर लोगे, लाख कर लोगे। वो जिन्ना लाख करोगे तो इंशाल्लाह 2 मतलब लाख की बचत आ जाएगी। तो अस्सलाम वालेकुम। वालेकुम सलाम। हाजी साहब की हाल है जी? अल्लाह दा शुक्र जी, करम मालिक दा जी। जनाब दा की नाम है? गुलाम बारी घुमन। गुलाम बारी साहब किस इलाके तो तलक है? समड़ियाल दे नाल एक छोटा जिहा पिंड है लोपोवाली नाम दा, एयरपोर्ट रोड ते। ठीक है। तो माशाल्लाह सर तुसी किन्नी अरसे तो फिश फार्मिंग करदे हो? तकरीबन 18-19 साल तो। माशाल्लाह काफ़ी तजर्बा है। इस काम की हकीकत दसो कि तुसी 18-19 साल च इस काम तो की सीखिया है? फिश फार्मिंग कैसा काम है? जस्ट शौक या अपने घर की हद तक है या कि तू अर्निंग भी की जा सकती है? शौक भी है तो दूसरा घर की हद तक भी तुम रख सकते हो, उसनू वधा सकते हो। बहुत फायदेमंद चीज़ है फिश फार्म जड़ा है। ये नाल कोई भी जड़ा फसल है वो नहीं मिलती, ਇਹਦੀ ਇਨਕਮ ਸਭ ਤੋਂ ਜ਼ਿਆਦਾ। ਬਾਕੀ ਵਧਾ ਸਕਦੇ ਹੋ, ਜਿੰਨਾ ਵਧਾਓਗੇ ਉਹਨਾਂ ਹੀ ਤੁਹਾਨੂੰ ਇਹਦਾ ਫਾਇਦਾ। ਮਾਸ਼ਾਅੱਲਾ। ਤੇ ਜਨਾਬ ਦਾ ਜਿਹੜਾ ਫਿਸ਼ ਫਾਰਮ ਹੈ ਇਹ ਕਿੰਨੇ ਏਰੀਏ ਤੇ ਮਹੀਤ ਹੈ? ਇਹ ਮੇਰੇ ਕੋਲ ਤੇ ਸਿਰਫ ਥੋੜਾ ਜਿਹਾ ਹੀ ਹੈ, ਲੇਕਿਨ 1 ਏਕੜ ਦਾ ਹੀ ਹੈ, ਲੇਕਿਨ ਮੈਂ ਇਹਦੇ ਤੋਂ ਬਹੁਤ ਜ਼ਿਆਦਾ ਫਾਇਦਾ ਉਠਾਉਣਾ। ਠੀਕ ਹੈ। ਫਾਇਦਾ ਸਰ ਕਿਸ ਤਰੀਕੇ ਉਠਾਇਆ ਜਾ ਸਕਦਾ ਹੈ? ਕਿਹੜੇ ਕਿਹੜੇ ਤਰੀਕੇ ਨੇ ਫਾਇਦਾ? ਅੱਛੀ ਨਸਲ ਇਹਦੇ 'ਚ ਪਾਓ, ਮੁਖਤਲਿਫ ਨਸਲਾਂ ਪੈਂਦੀਆਂ ਨੇ, खुराक अच्छी मिलनी चाहिए ਉਹਨੂੰ। बाकी जिन्ना तुसी ਉਹਨੂੰ खुराक दोगे उन्नी ਉਹਦੀ ग्रोथ ज़्यादा होएगी। तो टाइम ਨਾਲ ਉਹਨੂੰ ਕੱਢੋ, टाइम ਨਾਲ ਉਹਨੂੰ मतलब ਉਹਨੂੰ ਵਿੱਚ साफ करके ਤੇ ਪਾਓ। ठीक है। हाँ जी सर, जड़ा 1 एकड़ फिश फार्म है ਇਹਦੀ ਤਿਆਰੀ ਦੇ ਮੁਤਲਕ ਦੱਸਣਾ ਹੈ ਕਿ ਜਿਹੜੇ ਦੋਸਤ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਉਹ ਕਿੰਨੀ ਇਹਦੀ ਗਹਿਰਾਈ ਰੱਖੇ ਤੇ ਜਦੋਂ ਨੇ पहले दिन तो दी तैयारी करानी है और केड़ियां चीज़ां करनियां ने, कोई अद्वियात इस्तेमाल करनियां ने, की इस्तेमाल करना है, कितना पानी होना चाहिए? पानी तकरीबन ਇਹਦੀ गहराई 4 ਤੋਂ 5 फुट ठीक है मुनासिब। ਇਹਦੇ ਵਿੱਚ ਮੱਛੀ ਨੂੰ ਜਿੰਨਾ ਪਾਣੀ ਜ਼ਿਆਦਾ ਮਿਲੇਗਾ ਉਹਨਾਂ ਉਹ ਮਤਲਬ ਫਲੇ ਫੁਲੇਗੀ ਜ਼ਿਆਦਾ, ਉਹਦੀ ਦੌੜ ਜ਼ਿਆਦਾ ਲੱਗੇਗੀ, ਉਹਦਾ ਗਰੋਥ ਉਹਦੀ ਜ਼ਿਆਦਾ ਹੋਏਗੀ। ਬਾਕੀ ਇਹਦੇ ਸਟਾਰਟ ਦੇ ਵਿੱਚ ਇਹਨੂੰ ਫਾਰਮ ਬਣਾ ਕੇ ਉਹਨੂੰ ਵਾਹ ਕੇ ਵਿੱਚ ਰੂੜੀ ਸ਼ੂੜੀ ਥੋੜ੍ਹੀ ਜਿਹੀ ਸੁੱਟੋ। ਉਸ ਤੋਂ ਬਾਅਦ ਉਹਨੂੰ ਕੁਛ ਦੇਰ ਲਈ ਪਿਆ ਰਹਿਣ ਦਿਓ, ਫਿਰ ਉਸ ਦੇ ਵਿੱਚ ਬੱਚਾ ਜਿਹੜਾ ਉਹ ਪਾਣੀ ਛੱਡ ਕੇ ਤੇ ਬੱਚਾ ਛੱਡ ਦਿਓ। ਸਪਰੇਅ ਵਗੈਰਾ ਐਡੀ ਕੋਈ ਜ਼ਰੂਰਤ ਨਹੀਂ ਹੈ, ਅਗਰ ਜ਼ਰੂਰਤ ਪਵੇ ਤਾਂ ਫੇਰ ਕਰ ਸਕਦੇ ਹੋ ਤੁਸੀਂ, ਬਾਕੀ ਨਹੀਂ। ਤੇ ਆਮ ਆਦਮੀ ਨੂੰ ਕਿੰਜ ਪਤਾ ਚੱਲੇਗਾ ਕਿ ਸਪਰੇਅ ਦੀ ਜ਼ਰੂਰਤ ਹੈ ਜਾਂ ਕਿ ਨਹੀਂ? ਉਹਨੂੰ ਮਤਲਬ ਚੈੱਕ ਕਰਦਾ ਰਹੇ, ਉਹਨੂੰ ਵੇਖਦਾ ਰਹੇ ਕਿ ਉਹਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਕੋਈ ਫਾਲਟ ਤੇ ਨਹੀਂ। ਵਿੱਚ ਇੱਕ ਜੋਕ ਨਮਾਇਕ ਚੀਜ਼ ਹੈ, ਕੀੜਾ ਛੋਟਾ ਜਿਹਾ, ਉਹ ਵੀ ਉਹਨੂੰ ਲੱਗ ਸਕਦਾ। ਉਹ ਜਦੋਂ ਲੱਗੇਗਾ ਫਿਰ ਉਹ ਧੱਬੇ ਹੋਣਗੇ ਖੂਨ ਦੇ ਉਹਦੇ ਉੱਤੇ, ਉੱਥੋਂ ਦਾ ਪਤਾ ਲੱਗ ਜਾਏਗਾ। ਠੀਕ ਹੈ। ਯਾਨੀ ਕਿ ਅਗਰ ਜੋਕਨਮਾ ਕੀੜਾ ਹੋਏਦਾ ਤੇ ਧੱਬੇ ਹੋਣੇ ਨੇ ਉਹ ਜਿਹੜੇ ਮੱਛਲੀ ਦੇ ਛੋਟੇ ਬੱਚੇ ਨੇ ਉਹਨਾਂ ਦੇ ਜਿਸਮ ਤੇ ਵੱਡੀ ਨੂੰ ਵੀ ਲੱਗ ਸਕਦੇ ਨੇ। ਠੀਕ ਹੈ। ਤੇ ਉਹ ਫਿਰ ਜਿਹੜੀ ਸਪਰੇਅ ਕਰਨੀ ਹੈ, ਅਗਰ ਇਹ ਅਮਲ ਹੋਈਏ, ਉਹ ਸਪਰੇਅ ਦਾ ਕੋਈ ਮਖਸੂਸ ਨਾਮ ਹੈ? ਹਾਂ, ਮਖਸੂਸ ਨਾਮ ਹੈ। ਉਹ ਦਵਾਈਆਂ ਵਾਲੀ ਦੁਕਾਨ ਤੇ ਤੁਸੀਂ ਜਾਓ, ਜਿਹੜੀ ਪੈਸਟੀਸਾਈਡ ਦੀਆਂ ਦੁਕਾਨਾਂ ਨੇ ਜੀ, ਉੱਥੋਂ ਤੁਹਾਨੂੰ ਮਿਲ ਜਾਏਗੀ। ठीक है। यानी कि तैयारी च फिर है कि स्प्रे हो गई, वो अगर जरूरत होए ते तुहानू जगह चाहिए है तो पानी तकरीबन 4 तो 5 फुट 4 तो 5 फुट हो जाए, 6 फुट भी हो, जिन्ना पानी ज्यादा होगा उन्नी उसकी ग्रोथ ज्यादा होगी। ठीक है। इस तो इलावा होर भी कोई चीज़ शामिल करते हो? होर चीज़ शामला ਉਹਨੂੰ ਵੰਡਾ ਪਾਓ ਤੇ ਫੀਡ ਜਿਹੜੀ ਉਹ ਮੁxtਲਿਫ ਕਿਸਮ ਦੀ ਹੈ। ਕਈ ਚਾਰਾ ਖਾਣ ਵਾਲੀਆਂ ਹੁੰਦੀਆਂ ਨੇ, ਉਹਨਾਂ ਨੂੰ ਚਾਰਾ ਪੱਠੇ ਭਾਜਦੇ ਨੇ, ਕਈ ਜਿਹੜੀਆਂ ਨੇ ਉਹ ਉਹਨਾਂ ਦੀ ਵੇਸਟ ਖਾਂਦੀਆਂ ਨੇ, ਉਹ ਵੀ ਨਸਲ ਸੁੱਟਣੀ ਚਾਹੀਦੀ ਹੈ। ਬਾਕੀ ਜਿਹੜੀਆਂ ਨੇ ਆਪਣਾ 1-2 ਹੋਰ ਨਸਲ ਹੈ
ਉਹ ਵੀ ਇਸੇ ਤਰ੍ਹਾਂ ਹੀ ਮਤਲਬ ਉਹਦੇ ਨਾਲ ਹੀ ਉਹ ਵੀ ਮਤਲਬ ਪਲਦੀਆਂ ਪੁਲਦੀਆਂ ਨੇ। ਫੀਡ ਪਾਓ, ਬਣੀ ਫੀਡ ਵੀ ਮਿਲ ਜਾਂਦੀ ਹੈ, ਤੁਸੀਂ ਅਗਰ ਆਪਣੀ ਤਿਆਰ ਕਰਕੇ ਪਾਉਣਾ ਚਾਹੋ ਉਹ ਵੀ ਮਿਲ ਜਾਂਦੀ ਹੈ, ਉਹ ਪਾ ਲਵੋ। ਠੀਕ ਹੈ। ਤੇ ਭਾਈ ਸਾਹਿਬ 1 ਏਕੜ 'ਚ ਤੁਸੀਂ ਛੋਟੇ ਬੱਚੇ ਕਿੰਨੇ ਤੁਸੀਂ ਸ਼ਾਮਲ ਕਰਨੇ ਨੇ, ਕਿੰਨੀ ਮੱਛੀ ਪਾਲ ਸਕਦੇ? ਚਾਹੀਦਾ ਤੇ ਇਹ ਵੇ ਕਿ ਘੱਟ ਤੋਂ ਘੱਟ ਪਾਓ, ਉਹਨਾਂ ਹੀ ਉਹ ਗਰੋਥ ਜ਼ਿਆਦਾ ਉਹਦੀ ਹੋਏਗੀ। ਮਤਲਬ 800 ਤੱਕ ਅਸੀਂ, ਮੈਂ ਤਾਂ ਕਹਿਣਾ ਕਿ ਪਾਉਣਾ ਚਾਹੀਦਾ। ਮਹਿਕਮਾ ਵੀ ਇਹੀ ਸਾਨੂੰ ਦੱਸਦਾ 800 ਤੱਕ 1 ਏਕੜ 'ਚ। 1 ਏਕੜ 'ਚ, ਲੇਕਿਨ ਅਸੀਂ ਜ਼ਿਆਦਾ ਪਾ ਲੈਂਦੇ 1500-1600 ਵੀ ਪਾ ਦਿੰਦੇ ਨੇ, ਲੇਕਿਨ ਉਹਦੀ ਗਰੋਥ ਨਹੀਂ ਹੁੰਦੀ। ਹਾਜੀ ਸਾਹਿਬ ਜਿਹੜਾ ਮੱਛੀ ਦਾ ਛੋਟੇ ਬੱਚੇ ਨੇ ਜੀ ਇਹ ਕਿਸ ਮਹੀਨੇ 'ਚ ਲਿਆ ਕੇ ਤੁਸੀਂ ਆਪਣੇ ਫਾਰਮ 'ਚ ਸ਼ਾਮਲ ਕਰਦੇ ਹੋ? ਇਹ ਮਾਰਚ ਅਪ੍ਰੈਲ ਦੇ ਵਿੱਚ, ਤਕਰੀਬਨ 2 ਮਹੀਨਿਆਂ ਦੇ ਵਿੱਚ। ਹੈਚਰੀ ਵਾਲੇ ਉਦੋਂ ਸੇਲ ਕਰਦੇ ਨੇ? ਉਦੋਂ ਸੇਲ ਕਰਦੇ ਨੇ, ਥੋੜੀ ਗਰਮੀ ਜਦੋਂ ਸ਼ੁਰੂ ਹੁੰਦੀ ਹੈ ਉਦੋਂ ਸੇਲ ਕਰਦੇ ਨੇ। ਅਗਰ ਉਸ ਤੋਂ ਪਹਿਲੋਂ ਕੱਢਣ ਤੇ ਬੱਚਾ ਜਿਹੜਾ ਨਾ ਉਹ ਇੱਕ ਤੇ ਜਾ ਕੇ ਮਰ ਜਾਏਗਾ, ਠੰਡੇ ਪਾਣੀ ਹੁੰਦੇ ਨੇ, ਤੇ ਦੂਸਰਾ ਉਹ ਵੀ ਨਹੀਂ ਦਿੰਦੇ। ਬਾਕੀ ਬੱਚਾ ਜਿਹੜਾ ਉਹਨਾਂ ਦਾ ਉਹ ਫਿਰ ਜ਼ਖਮੀ ਹੋ ਜਾਂਦਾ। ਤੇ ਹੈਚਰੀ ਸਾਡੇ ਇਲਾਕੇ 'ਚ ਹੈ ਕੋਈ ਨਜ਼ਦੀਕ ਤਰੀਨ? ਤੁਸੀਂ ਕਿਸ ਹੈਚਰੀ ਤੇ ਜਾ ਰਹੇ ਹੋ? ਮੈਂ ਤੇ ਜ਼ਿਆਦਾ ਜਾ ਰਿਹਾ, ਇੱਕ ਇੱਥੇ ਸੋਧੇ ਦੇ ਕੋਲ ਹੈਚਰੀ ਹੈ ਰੁਬਾਨੀ ਵਾਲਿਆਂ ਦੀ, ਇੱਕ ਵਜ਼ੀਰਾਬਾਦ ਤੋਂ ਅੱਗੇ ਰਸੂਲਪੁਰ ਰੋਡ ਤੇ ਉਹ ਬੱਟ ਬਰਾਦਰਾਂ ਦੀ ਹੈ, ਉਹਨਾਂ ਕੋਲ ਲਿਆਉਣਾ। ਤੇ ਸਰ ਜਿਹੜੇ ਤੁਸੀਂ ਛੋਟੇ ਬੱਚੇ ਲੈ ਕੇ ਆਉਂਦੇ ਹੋ ਉਹ ਕਿੰਨੇ ਦਿਨ ਦੇ ਹੁੰਦੇ ਨੇ ਤੇ ਕੀ ਉਹਨਾਂ ਦੀ ਕੀਮਤ ਹੁੰਦੀ ਹੈ? ਉਹ ਕੀਮਤ ਤਕਰੀਬਨ ਉਹ 4 ਤੋਂ 5 ਇੰਚ ਦਾ ਬੱਚਾ ਹੁੰਦਾ ਤੇ ਤਕਰੀਬਨ ਸਾਨੂੰ 8 ਤੋਂ 10 ਰੁਪਏ ਦਾ ਬੱਚਾ ਮਿਲ ਜਾਂਦਾ। ਕਿਸੇ ਵੇਲੇ ਸ਼ਾਰਟ ਹੋਵੇ ਤੇ ਫਿਰ ਉਹ 15-20 ਰੁਪਏ ਦਾ ਵੀ ਮਿਲਦਾ। ਇਹਨਾਂ 'ਚ ਜਿਹੜੀਆਂ ਮੁਖਤਲਿਫ ਨਸਲਾਂ ਨੇ ਉਹਨਾਂ ਦੇ ਰੇਟ ਮੁਖਤਲਿਫ ਹੁੰਦੇ ਨੇ? ਤਕਰੀਬਨ ਇੱਕੋ ਹੀ ਰੇਟ ਨੇ। ਇੱਕੋ ਹੀ ਰੇਟ ਨੇ? ਤੇ ਤੁਹਾਡੇ ਫਾਰਮ ਤੇ ਕਿਹੜੀ ਨਸਲ ਮੌਜੂਦ ਹੈ ਤੇ ਕਿਹੜੀ ਨਸਲ ਬਿਹਤਰ ਹੈ ਤੁਹਾਡੇ ਨਜ਼ਦੀਕ? ਮੇਰੇ ਕੋਲ ਇਸ ਵੇਲੇ ਆਪਣਾ ਰਹੂ ਹੈ, ਕਾਲਾ ਰਹੂ ਹੈ, ਉਸ ਤੋਂ ਇਲਾਵਾ ਮੋਰੀ ਹੈ, ਫਿਰ ਉਸ ਤੋਂ ਬਾਅਦ ਗੁਲਫਾਮ ਵੀ ਮੈਂ ਪਾਈ ਸੀ, ਲੇਕਿਨ ਉਹ ਬਲੀਡ ਕਰਦੀ ਜ਼ਿਆਦਾ, ਉਹ ਫਿਰ ਮਤਲਬ ਉਹਨੂੰ ਗਰੋਥ ਜ਼ਿਆਦਾ ਨਹੀਂ ਹੁੰਦੀ, ਬੱਚਾ ਜਿਹੜਾ ਨਾ ਉਹਦਾ ਜ਼ਿਆਦਾ ਵਿੱਚ ਹੋ ਜਾਂਦਾ। ਬਾਕੀ ਸਿਲਵਰ ਵੀ ਅੱਛੀ ਹੈ, ਉਹਦੀ ਗਰੋਥ ਜ਼ਿਆਦਾ ਹੈ, ਲੇਕਿਨ ਜੇ ਆਪਣਾ ਗਰਾਸ ਜਿਹੜੀ ਹੈ ਉਹ ਵੀ ਅੱਛੀ ਹੈ, ਉਹਦੀ ਗਰੋਥ ਜ਼ਿਆਦਾ ਹੈ। ਲੇਕਿਨ ਜਿਹੜੀ ਮਾਰਕੀਟ ਦੇ ਵਿੱਚ ਜਿਹਦੀ ਵੈਲਿਊ ਹੈ ਉਹ ਜਿਹੜੀ ਉਹ ਜ਼ਿਆਦਾ ਰਹੂ ਨੂੰ ਪਸੰਦ ਲੋਕ ਕਰਦੇ ਨੇ, ਉਹਦੀ ਮਾਰਕੀਟ ਜ਼ਿਆਦਾ ਹੈ। ਉਹਦੀ ਮਾਰਕੀਟ ਜ਼ਿਆਦਾ। ਤੇ ਜਿਹੜੀ ਗਰੋਥ ਕਿਹਦੀ ਜ਼ਿਆਦਾ ਹੈ? ਗਰੋਥ ਸਿਲਵਰ ਦੀ ਤੇ ਇਹਦੀ ਗਰਾਸ ਦੀ, ਇਹਦੀ ਵੀ ਜ਼ਿਆਦਾ, ਇਹਦੀ ਵੀ ਹੋ ਜਾਂਦੀ ਅਗਰ ਖੁਰਾਕ ਉਹਨੂੰ ਠੀਕ ਮਿਲੇ ਤੇ ਉਹਦੀ ਵੀ ਅੱਛੀ ਹੋ ਜਾਂਦੀ। ਠੀਕ ਹੈ, ਯਾਨੀ ਕਿ ਰਹੂ ਦੀ ਮਾਰਕੀਟ ਅੱਛੀ, ਦੀ ਮੰਗ ਜ਼ਿਆਦਾ ਹੈ। 2.5 ਕਿਲੋ ਦਾ ਦਾਣਾ ਜਿਹੜਾ ਨਾ 5-6 ਮਹੀਨੇ ਦੇ ਵਿੱਚ ਉਹ ਹੋ ਜਾਂਦਾ। ਮਾਸ਼ਾਅੱਲਾ। ਅੱਛਾ ਹਾਜੀ ਸਾਹਿਬ ਜਿਹੜਾ ਤੁਸੀਂ 4 ਤੋਂ 6 ਇੰਚੀ ਦਾ ਕਹਿ ਰਹੇ ਹੋ ਬੱਚਾ ਲੈ ਕੇ ਆਉਂਦੇ ਹੋ ਮਾਰਚ ਜਾਂ ਅਪ੍ਰੈਲ 'ਚ, ਇਹ ਕਿਦੋਂ ਤਿਆਰ ਹੋਈ ਜਾਂਦਾ ਹੈ, ਕਿਦੋਂ ਫਰੋਖਤ ਦੇ ਕਾਬਲ ਹੋਈ ਜਾਂਦਾ ਹੈ? ਇਹ ਤਕਰੀਬਨ ਆਪਣਾ ਮਤਲਬ ਫੁੱਲ ਜਦੋਂ ਸੇਲ ਕਰਨਾ ਜੀ ਬੱਚਾ ਜਾਂ ਉਹ ਬੱਚਾ ਪਾ ਕੇ ਉਸ ਤੋਂ ਬਾਅਦ ਜਿਹੜੀ ਉਹ ਸਰ ਜਿਹੜਾ ਉਹ ਬੱਚਾ ਤੁਸੀਂ ਲੈ ਕੇ ਆਏ ਉਹਨੇ ਜਦੋਂ ਤਿਆਰ ਹੋਈ ਜਾਣਾ, ਸੇਲ ਦੇ ਕਾਬਲ ਹੋਈ ਜਾਣਾ ਬੱਚੇ ਨੇ ਜੀ। ਬੱਚਾ ਹਿਚਰੀ ਦੇ ਵਿੱਚੋਂ ਜਦੋਂ ਅਸੀਂ ਲਿਆਉਂਦੇ ਹਾਂ ਜੀ, ਉਹ ਤੁਸੀਂ ਲੈ ਕੇ ਆਉਂਦੇ ਆ ਨਾ, ਉਹ ਛੋਟਾ ਬੱਚਾ ਲੈ ਕੇ ਆਉਂਦੇ ਉਹ ਜੋ ਤਿਆਰ ਹੋਈ ਜਾਂਦਾ, ਕਿੰਨੇ ਮਹੀਨੇ ਲੱਗਦੇ ਨੇ ਉਹਦੀ ਤਿਆਰੀ ਤੇ? ਤਕਰੀਬਨ ਮਤਲਬ ਇਹ ਗਰਮੀਆਂ ਦੇ ਵਿੱਚ ਬਲੀਡ ਹੋਇਆ, ਇਹਨਾਂ ਗਰਮੀਆਂ ਦੇ ਵਿੱਚ ਅੱਗੋਂ ਮਤਲਬ ਜਿਹੜਾ ਉਹਨਾਂ ਤਿਆਰ ਕਰ ਦੇਣਾ। ਠੀਕ ਹੈ। ਇਹ ਹੁਣ ਤੁਸੀਂ ਜਿਹੜਾ ਲਿਆਂਦਾ ਸੀ ਮਾਰਚ ਅਪ੍ਰੈਲ 'ਚ, ਸੇਲ ਹੁਣ ਕਿਦੋਂ ਕੀਤਾ ਜੇ? ਇਹ ਤਕਰੀਬਨ ਸਾਨੂੰ 10 ਕੁ ਦਿਨ ਹੋ ਗਏ ਨੇ ਸੇਲ ਕੀਤੇ। 10 ਕੁ ਦਿਨ, ਯਾਨੀ ਕਿ ਦਸੰਬਰ 'ਚ ਤੁਸੀਂ ਸੇਲ ਕੀਤਾ? ਠੀਕ ਹੈ, ਤਕਰੀਬਨ 8 ਮਹੀਨੇ ਇੱਥੇ ਹੀ ਸੇਲ ਕਰ ਛੱਡਿਆ ਜੀ। 8 ਮਹੀਨੇ ਲੱਗ ਗਏ? ਤਕਰੀਬਨ ਇੰਨੇ ਕੁ ਲੱਗ ਗਏ। ਠੀਕ ਹੈ। ਅੱਛਾ ਆਈ ਸਾਹਿਬ ਇਹਨਾਂ ਦੀ ਖੁਰਾਕ ਤੇ ਥੋੜਾ ਹੁਣ ਜ਼ਿਕਰ ਕਰ ਦਵੋ ਕਿ ਖੁਰਾਕ ਕਿਹੜੀ ਇਹਨਾਂ ਨੂੰ ਇਸਤੇਮਾਲ ਕਰਾਉਂਦੇ ਹੋ ਤੁਸੀਂ? ਖੁਰਾਕ ਗਰਾਸ ਜਿਹੜਾ ਉਹਨੂੰ ਪੱਠੇ ਚਾਹੀਦੇ ਨੇ ਹਰ ਕਿਸਮ ਦੇ, ਜਿਹੜੇ ਵੀ ਮਤਲਬ ਤੁਸੀਂ ਪਾਓਗੇ ਉਹ ਖਾਂਦਾ, ਜਿਹੜੇ ਸਾਡੇ ਮਵੇਸ਼ੀ ਖਾਂਦੇ ਨੇ ਉਹੀ ਇਹ ਖਾਂਦਾ। ਬਾਕੀ ਮੈਂ ਤੇ ਜ਼ਿਆਦਾ ਇਸਤੇਮਾਲ ਕਰਨਾ, ਰੋਟੀਆਂ ਵੀ ਲਿਆ ਕੇ ਭੇ ਕੇ ਵਿੱਚ ਸੁੱਟ ਲਈਆਂ ਨੇ, ਫਿਰ ਚੌਲਾਂ ਦਾ ਪਾਊਡਰ ਸੁੱਟੀ ਦਾ, ਫਿਰ ਮੱਕੀ ਸੁੱਟੀ ਦੀ ਹੈ, ਬਾਜਰਾ ਸੁੱਟੀ ਦਾ ਹੈ। ਇਸ ਤਰ੍ਹਾਂ ਹੀ ਇਹਨਾਂ ਤੋਂ ਇੱਕ ਫੀਡ ਵੀ ਬਣੀ ਹੈ, ਵੰਡੇ ਆ ਰਹੇ ਨੇ ਮਵੇਸ਼ੀਆਂ ਲਈ, ਉਹ ਵੀ ਇਹਦੇ ਵਾਸਤੇ ਬਹੁਤ ਬਿਹਤਰ ਨੇ। ਗਰਾਸ ਵਾਸਤੇ? ਸਾਰਿਆਂ ਵਾਸਤੇ। ਇਸ ਤੋਂ ਇਲਾਵਾ ਕੋਈ ਫੀਡ ਵੀ ਇਸਤੇਮਾਲ ਕਰਦੇ ਹੋ? ਫੀਡ ਉਹੀ ਬਣੀ, ਉਹਨੂੰ ਅਸੀਂ ਕਹਿੰਦੇ ਆ ਨਾ ਕਿ ਫੀਡ ਜਿਹੜੀ ਹੈ ਆਉਂਦੀ ਹੈ ਬਣੀ, ਠੀਕ ਹੈ, ਜਾਨਵਰਾਂ ਦੀ, ਉਹ ਵੀ ਇਸਤੇਮਾਲ ਕਰ ਲਈਦੀ। ਤੇ ਖੁਰਾਕ ਦੀ ਤਕਸੀਮ ਦਾ ਕੀ ਤਰੀਕੇਕਾਰ ਹੈ? ਕਿਉਂਕਿ 1 ਏਕੜ ਤੇ ਅਗਰ ਫਾਰਮ ਹੈ, ਤੁਸੀਂ ਤਕਸੀਮ ਕਿੰਜ ਕਰਦੇ ਹੋ ਤੇ ਕਿੰਨੇ ਟਾਈਮ ਕਰਦੇ? ਤਕਸੀਮ ਉਹਦਾ ਇਹ ਵੇ ਨਾ ਕਿ ਉਹਨੂੰ ਸੁੱਟੀ ਦੀ ਇੱਕ ਟਾਈਮ ਤਾਂ ਹੀ ਹੈ ਜੀ, ਤੇ ਬਾਕੀ ਉਹਨੂੰ 2-3 ਜਗ੍ਹਾ ਦੇ ਉੱਤੇ ਸੁੱਟ ਦਈਦਾ ਤਾਂ ਕਿ ਉਹ ਮੁਖਤਲਿਫ ਜਗ੍ਹਾ ਤੇ, ਫਿਰ ਉਹ ਜਿੱਥੇ ਇੱਕ ਦਿਨ ਦਾ ਸੁੱਟਣੀ ਹੈ ਦੂਸਰੇ ਦਿਨ ਦੁਬਾਰਾ ਫਿਰ ਉੱਥੇ ਹੀ ਉਹਨਾਂ ਨੇ ਆਉਣਾ। ਉਹ ਇਸ ਤਰ੍ਹਾਂ ਮੁਖਤਲਿਫ ਜਗ੍ਹਾ ਤੇ 2-3 ਜਗ੍ਹਾ ਤੇ ਸੁੱਟ ਦਈਦੀ ਹੈ ਤੇ ਫਿਰ ਆ ਕੇ ਤਈ ਖਾਂਦੀ। ਠੀਕ ਹੈ। ਸਰਦੀਆਂ 'ਚ ਪਾਣੀ ਤਬਦੀਲ ਕਰਦੇ ਹੋ ਜਾਂ ਕਿ ਪਾਣੀ ਜਿਹੜਾ ਇੱਕ ਦਫਾ? ਨਹੀਂ, ਉਹੀ ਪਾਣੀ ਜਿਹੜਾ ਪਹਿਲੇ ਦਿਨ ਪਾਇਆ ਨਾ ਉਹਦੇ 'ਚ ਇਜ਼ਾਫਾ ਕਰੀ ਜਾਈਦਾ, ਘੱਟ ਜੇ ਤੇ ਹੋਰ ਪਾ ਦਈਦਾ। ਬਾਕੀ ਪਾਣੀ ਜੇ
ਮਹੀਨੇ ਬਾਅਦ ਚੇਂਜ ਕਰੀਏ ਤਾਂ ਉਹਨੂੰ ਕਿੱਧਰ ਕੱਢੀਏ ਨਾ ਪਾਣੀ ਹਾਂ ਸਰਦੀਆਂ 'ਚ ਇੱਕ ਇੰਨਾ ਕਾਬਲ ਇਸਤੇਮਾਲ ਵੀ ਨਹੀਂ ਹੁੰਦਾ ਨਹੀਂ ਹੁੰਦਾ ਠੀਕ ਹੈ ਤੇ ਇਸ ਕੰਮ 'ਚ ਹੁਣ ਇਹਨੂੰ ਬਾਅਦ ਵਿੱਚ ਸੁਕਾਉਣਾ ਵੀ ਚਾਹੀਦਾ ਜਦੋਂ ਵਿੱਚ ਫੜ ਲਈਏ ਉਸ ਤੋਂ ਬਾਅਦ ਇਹਨੂੰ ਸੁਕਾਓ ਉਹਨੂੰ ਖੁਸ਼ਕ ਕਰੋ ਉਹਦੇ 'ਚ ਹਲ ਚਲਾਓ ਫਿਰ ਕੋ ਜਿਵੇਂ ਤੁਸੀਂ ਪਹਿਲੀ ਦਫਾ ਕੀਤਾ ਇਸ ਤਰ੍ਹਾਂ ਹੀ ਉਹਨੂੰ ਫਿਰ ਇਸ ਤਰ੍ਹਾਂ ਹੀ ਦੁਬਾਰਾ ਉਹਨੂੰ ਨਿਊ ਕਰੋ ਇਸ ਕੰਮ 'ਚ ਨੁਕਸਾਨ ਕਿਸ ਵਜ੍ਹਾ ਤੋਂ ਹੁੰਦਾ ਹੈ ਨੁਕਸਾਨ ਦੀ ਕੋਈ ਵਜੂਹਾਤ ਨੁਕਸਾਨ ਇਹ ਹੀ ਹੈ ਕਿ ਤੁਸੀਂ ਉਹਨੂੰ ਚੈੱਕ ਕਰਦੇ ਰਹੋ ਅਗਰ ਉਹ ਠੀਕ ਹੈ ਤੇ ਕੋਈ ਨੁਕਸਾਨ ਨਹੀਂ ਦੂਸਰਾ ਨੁਕਸਾਨ ਇਹ ਵੀ ਹੋ ਸਕਦਾ ਫੀਡ ਤੁਸੀਂ ਘੱਟ ਪਾਓਗੇ ਫਿਰ ਵੀ ਤੁਹਾਨੂੰ ਨੁਕਸਾਨ ਹੋਏਗਾ ਬਾਕੀ ਜਦੋਂ ਗਰਮੀ ਦਾ ਮੌਸਮ ਜ਼ਿਆਦਾ ਹੁੰਦਾ ਇਹ ਤਕਰੀਬਨ ਆਪਣਾ ਜੂਨ ਜੁਲਾਈ ਅਗਸਤ ਦੇ ਮਹੀਨੇ ਜਿਹੜੇ ਨੇ ਉਹਦੇ ਵਿੱਚ ਇਹ ਜਿਹੜਾ ਨਾ ਜ਼ਿਆਦਾ ਆਕਸੀਜਨ ਨੂੰ ਜ਼ਰੂਰਤ ਹੁੰਦੀ ਹੈ ਮਾਲ ਵੱਡਾ ਹੁੰਦਾ ਉਦੋਂ ਇਹਨੂੰ ਖੁਰਾਕ ਘੱਟ ਪਾਣੀ ਚਾਹੀਦੀ ਜ਼ਬਰਦਸਤ ਬੜਾ ਅੱਛਾ ਪੁਆਇੰਟ ਤੁਸੀਂ ਇਹ ਦੋਸਤਾਂ ਨੂੰ ਦੱਸਿਆ ਆਖਰੀ ਸਰ ਸਵਾਲ ਹੈ ਤੇ ਬੜਾ ਅਹਿਮ ਸਵਾਲ ਹੈ ਮਾਸ਼ਾਅੱਲਾ ਤੁਹਾਡਾ ਫਾਰਮ 1 ਏਕੜ ਤੇ ਮੁਹੀਤ ਹੈ ਹਾਂਜੀ 1 ਏਕੜ ਫਾਰਮ ਜਿਹੜੇ ਦੋਸਤ ਨੇ ਸ਼ੁਰੂ ਕਰਨਾ ਹੈ ਉਹਨੇ ਛੋਟੇ ਬੱਚੇ ਲੈ ਕੇ ਆਉਣੇ ਨੇ ਛੋਟੇ ਬੱਚਿਆਂ ਦਾ ਖਰਚਾ ਸ਼ਾਮਲ ਕਰਕੇ ਉਹਦੀ ਤਿਆਰੀ ਤੇ ਜਿਹੜੇ ਕੋਈ 7-8 ਮਹੀਨੇ ਲੱਗਣੇ ਨੇ ਖੁਰਾਕ ਦਾ ਖਰਚਾ ਸ਼ਾਮਲ ਕਰਕੇ ਟੋਟਲ ਕਿੰਨਾ ਖਰਚਾ ਹੋਣਾ ਹੈ ਤੇ 7-8 ਮਹੀਨੇ ਬਾਅਦ ਉਹਨੂੰ ਕਿੰਨੀ ਕੁ ਬਚਤ ਹੋਣੀ ਹੈ ਖਰਚਾ इतना ज़्यादा नहीं है क्योंकि बच्चा 10 रुपए का पीस है एक मतलब जड़ा बच्चा तो 10 रुपए का तकरीबन मिल जाता 1 एकड़ में तुम 1000 भी पाओ तो 10,000 का बन जाएगा जी बाकी वो तो खर्चा है जिन्ना तुम खर्चा उत्ते करोगे ज़्यादा बड़ा भी करोगे 2 लाख खर्चा कर लोगे 1.5 लाख कर लोगे लाख कर लोगे वो जिन्ना लाख करोगे तो इंशाल्लाह 2 मतलब लाख की बचत आ जाएगी तो यानी अगर लाख खर्चा होया तो 2 लाख बचत आ सकती है 1 लाख बचत आएगी 1 लाख बचत ठीक है और कोई अहम सवाल जड़ा मैं नहीं पूछा तुसीं चाहते हो कि तुहाडे काम दे मुतलक अहम अदी भी मालूमात देनी चाहिए यही है कि ਇਹਦੇ ਹਲ 2 ਟਾਈਮ 3 ਟਾਈਮ ਦੇ ਇਹਦੇ ਧਿਆਨ ਰੱਖੋ ਇਹਨੂੰ ਮਤਲਬ ਟਾਈਮ ਨਾਲ ਖੁਰਾਕ ਪਾਓ ਤੇ ਇਹ ਹੀ ਇਹਦੀ ਮਤਲਬ ਨਸ਼ੋ ਨੁਮਾ ਲਈ ਕਾਫੀ ਹੈ ਕਿ ਖਰਚਾ ਕਰਕੇ ਤੇ ਉਹਦੇ ਤੇ ਤਵੱਜੋ ਦਿਓ फिर ही ਉਹਦਾ ਮੁਨਾਫਾ ਤੁਹਾਨੂੰ ਮਿਲੇਗਾ ਅਗਰ ਤੁਸੀਂ ਜਾ ਕੇ ਸੌਂ ਜਾਓਗੇ ਤਾਂ ਫਿਰ ਤੇ ਮੁਨਾਫਾ ਨਹੀਂ ਨਾ ਲੱਭੇਗਾ ਉਹ ਫਿਰ ਤੇ ਨਹੀਂ ਮਿਲਣਾ ਹੀ 3 ਦਿਨ ਦੇ ਸੁੱਤੇ ਹਾਂ ਅੱਜ ਹੀ ਹਿੰਮਤ ਕੀਤੀ ਹੈ ਬਸ ਤੇ ਭਾਈ ਸਾਹਿਬ ਜਿਹੜੇ ਦੋਸਤ ਜਨਾਬ ਨਾਲ ਰਾਬਤਾ ਕਰਨਾ ਚਾਹੁੰਦੇ ਨੇ ਕੋਈ ਮਾਲੂਮਾਤ ਲੈਣਾ ਚਾਹੁੰਦੇ ਨੇ ਰਾਬਤਾ ਨੰਬਰ ਦੇਣਾ ਪਸੰਦ ਕਰੋਗੇ ਜੀ ਕੋਈ ਗੱਲ ਨਹੀਂ ਇਹ ਕੀ ਨੰਬਰ ਹੈ ਜਨਾਬ ਦਾ 0343 ਜੀ 7325 406 ਠੀਕ ਹੈ ਭਾਈ ਸਾਹਿਬ ਬਹੁਤ ਸ਼ੁਕਰੀਆ ਜਨਾਬ ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ ਆਪਣੇ ਤਜਰਬੇ ਤੋਂ ਦੋਸਤਾਂ ਨੂੰ ਇਸਤਫਾਦਾ ਕੀਤਾ ਹੈ ਅੱਲਾਹ ਇਜ਼ਾ ਤੁਹਾਡੇ ਕਾਰੋਬਾਰ 'ਚ ਮਜ਼ੀਦ ਇਜ਼ਾਫਾ ਤਾ ਫਰਮਾਏ ਅੱਲਾਹ ਹਾਫਿਜ਼ मेहरबानी जनाब तुसा भी सानू बड़ा टाइम दिता ताबेदार सर अल्लाह जी ठीक हो।